ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਕੀ ਹਾਲ ਚਾਲ ਨੇ ਸਾਰਿਆਂ ਦੇ? ਤਾਂ ਕਦੇ ਤੁਸੀਂ ਇੱਕ ਗੱਲ ਨੋਟ ਕੀਤੀ ਹੈ ਕਿ ਅੱਜ ਕੱਲ੍ਹ ਜਿਹੜੇ ਮੀਂਹਾਂ ਦਾ ਸਾਈਕਲ ਹੈ ਉਹ ਅਲੱਗ ਜਿਹਾ ਕਿਉਂ ਹੋ ਗਿਆ? ਇਹ ਨਹੀਂ ਪਤਾ ਲੱਗਦਾ ਕਿ ਗਰਮੀ 'ਚ ਮੀਂਹ ਨਾ ਪਵੇ ਜਾਂ ਠੰਡ ਦੇ ਵਿੱਚ ਬਹੁਤ ਜ਼ਿਆਦਾ ਮੀਂਹ ਪੈ ਜਾਣ। ਜਾਂ ਆਪਣੇ ਪੁਰਾਣੇ ਬਜ਼ੁਰਗਾਂ ਤੋਂ ਆਪਾਂ ਸੁਣਦੇ ਹੁੰਦੇ ਸੀਗੇ ਕਿ ਕੱਛੀ ਦਾ ਪਾਣੀ ਤੁਰਿਆ ਜਾਂਦਾ, ਬਰਫ਼ ਬਣ ਜਾਂਦਾ ਸੀਗਾ। ਅੱਜ ਕੱਲ੍ਹ ਉਹ ਬਰਫ਼ ਬਣਨੋਂ ਕਿਉਂ ਹਟ ਗਿਆ? ਅਤੇ ਸਾਰਾ ਕੁਛ ਕਾਹਦੇ ਕਰਕੇ ਹੁੰਦਾ ਹੈਗਾ? ਤਾਂ ਇਹ ਸਾਰੇ ਕਾਸੇ ਦਾ ਕਾਰਨ ਇੱਕੋ ਹੀ ਆ, ਗਲੋਬਲ ਵਾਰਮਿੰਗ। ਤਾਂ ਗਲੋਬਲ ਵਾਰਮਿੰਗ ਹੁੰਦੀ ਕੀ ਆ, ਕਿਉਂ ਹੁੰਦੀ ਆ, ਇਹਨੂੰ ਆਪਾਂ ਫਾਇਦੇ ਕੀ ਨੇ, ਇਸ ਦੇ ਨੁਕਸਾਨ ਕੀ ਨੇ, ਇਹਨੂੰ ਘੱਟ ਕਿਵੇਂ ਕੀਤਾ ਜਾ ਸਕਦਾ ਜੇ ਕੋਈ ਨੁਕਸਾਨ ਹੈਗੇ ਨੇ, ਤੇ ਇਸ ਦਾ ਆਪਣੇ ਖੇਤੀਬਾੜੀ ਨਾਲ ਕੀ ਸੰਬੰਧ ਹੈ, ਅੱਜ ਆਪਾਂ ਇਹ ਸਾਰੀ ਗੱਲ ਕਰਾਂਗੇ। ਤਾਂ ਸ਼ੁਰੂ ਕਰਦੇ ਹਾਂ ਜੀ। ਗਲੋਬਲ ਵਾਰਮਿੰਗ ਹੁੰਦੀ ਕੀ ਆ? ਤਾਂ ਗਲੋਬਲ ਵਾਰਮਿੰਗ ਦਾ ਮਤਲਬ ਕੀ ਹੁੰਦਾ? ਗਲੋਬਲ ਵਾਰਮਿੰਗ ਦਾ ਮਤਲਬ ਆ ਸਾਰੇ ਸੰਸਾਰ ਦੇ ਤਾਪਮਾਨ ਦਾ ਵਧਣਾ, ਸਾਰੇ ਸੰਸਾਰ ਦੇ ਵਿੱਚ ਗਰਮੀ ਦਾ ਵਧਣਾ, ਉਹੀ ਗਲੋਬਲ ਵਾਰਮਿੰਗ ਆ। ਤਾਂ ਇਹ ਆਪਾਂ ਲੈਂਦੇ ਹਾਂ ਕਿ ਜਦੋਂ ਸੰਸਾਰ ਦੇ ਵਿੱਚ ਫੈਕਟਰੀ ਨਹੀਂ ਲੱਗੀ ਸੀ, ਕੋਈ ਸੰਸਾਰ ਦੇ ਵਿੱਚ ਜਦੋਂ ਕੋਈ ਵੀ ਫੈਕਟਰੀ ਨਹੀਂ ਸੀ, ਤਾਂ ਉਦੋਂ ਕੋਈ ਨਾ ਕੋਈ ਤਾਪਮਾਨ ਹੋਣਾ। ਉਸ ਤੋਂ ਹੁਣ ਤੱਕ ਅੱਜ ਤੱਕ ਟੈਂਪਰੇਚਰ ਹੈ ਜਿਹੜਾ ਤਾਪਮਾਨ ਹੈ ਉਹ 1.5 ਤੱਕ ਵੱਧ ਗਿਆ। ਅਤੇ ਜੇ ਕਹਿੰਦੇ ਇਹ 2 ਤੱਕ ਵੱਧ ਚੁੱਕਿਆ, ਜੇ ਇਹ 2 ਤੱਕ ਵੱਧ ਗਿਆ ਤਾਂ ਕੀ ਹੋਊਗਾ? ਸਾਰੇ ਸੰਸਾਰ ਦੇ ਵਿੱਚੋਂ ਲਗਭਗ ਅੱਧੀ ਦੁਨੀਆ ਡੁੱਬ ਜੂਗੀ, ਅਤੇ ਜਿਹੜੀ ਬਾਕੀ ਅੱਧੀ ਰਹੂਗੀ ਉਹਦੇ ਵਿੱਚੋਂ ਵੀ ਵੱਡੇ ਵੱਡੇ ਸ਼ਹਿਰ ਸਭ ਡੋਬੇ ਜਾਣਗੇ। ਤਾਂ ਹੁਣ ਆਪਾਂ ਗੱਲ ਕਰਦੇ ਹਾਂ ਗਲੋਬਲ ਵਾਰਮਿੰਗ ਹੁੰਦੀ ਕਿਉਂ ਆ। ਤਾਂ ਗਲੋਬਲ ਵਾਰਮਿੰਗ ਦੇ ਹੋਣ ਦਾ ਸਭ ਤੋਂ ਵੱਡਾ ਕਾਰਨ ਹੈ ਪ੍ਰਦੂਸ਼ਣ। ਕਿਸੇ ਵੀ ਤਰ੍ਹਾਂ ਦਾ ਕੋਈ ਪ੍ਰਦੂਸ਼ਣ ਹੋ ਰਿਹਾ ਉਹ ਗਲੋਬਲ ਵਾਰਮਿੰਗ ਕਰਦਾ ਹੈ। ਅਤੇ ਉਸ 'ਚ ਸਭ ਤੋਂ ਵੱਡੀ ਗੱਲ ਆ ਜਾਂਦੀ ਹੈ ਧੂੰਆਂ। ਜਿਹੜਾ ਹਵਾ ਦੇ ਵਿੱਚ ਧੂੰਆਂ ਰਲਦਾ ਹੈ ਉਹ ਗਲੋਬਲ ਵਾਰਮਿੰਗ ਦਾ ਸਭ ਤੋਂ ਵੱਡਾ ਕਾਰਨ ਹੁੰਦਾ। ਉਹ ਧੂੰਆਂ ਚਾਹੇ ਫੈਕਟਰੀਆਂ ਦੇ ਵਿੱਚੋਂ ਆਇਆ ਹੋਵੇ, ਚਾਹੇ ਖੇਤਾਂ ਦੇ ਵਿੱਚੋਂ ਆਇਆ ਹੋਵੇ, ਜਾਂ ਕਿਸੇ ਵੀ ਹੋਰ ਕਾਰਨ ਕਰਕੇ ਜਿਹੜਾ ਹਵਾ ਦੇ ਵਿੱਚ ਧੂੰਆਂ ਰਲਦਾ, ਤਾਂ ਉਹ ਗਲੋਬਲ ਵਾਰਮਿੰਗ ਦਾ ਸਭ ਤੋਂ ਵੱਡਾ ਕਾਰਨ ਹੁੰਦਾ। ਅਤੇ ਕਿਸਾਨਾਂ ਨੂੰ ਗਲੋਬਲ ਵਾਰਮਿੰਗ ਦੇ ਵਿੱਚ ਬਹੁਤ ਵੱਡਾ ਜ਼ਿੰਮੇਵਾਰ ਮੰਨਿਆ ਜਾਂਦਾ। ਕਿਉਂ ਮੰਨਿਆ ਜਾਂਦਾ? ਕਹਿੰਦੇ ਜੀ ਇਹ 10 ਦਿਨਾਂ ਦੇ ਵਿੱਚ ਜਾਂ 20 ਦਿਨਾਂ ਦੇ ਵਿੱਚ ਬਹੁਤ ਜ਼ਿਆਦਾ ਧੂੰਆਂ ਕਰ ਦਿੰਦੇ ਆ, ਜਿਹੜਾ ਆਪਾਂ ਨੂੰ ਵੀ ਦੇਖਣ ਨੂੰ ਮਿਲਦਾ, ਜਿਹੜਾ ਆਪਣੇ ਸਾਹਾਂ ਵਿੱਚ ਦੀ ਵੀ ਲੰਘਦਾ। ਤਾਂ ਉਹ ਮੰਨਿਆ ਜਾਂਦਾ ਕਿ ਇਹ ਬਹੁਤ ਜ਼ਿਆਦਾ ਗਲੋਬਲ ਵਾਰਮਿੰਗ ਕਰਦਾ। ਪਰ ਇਹ ਮੰਨ ਲਿਆ ਵੀ 20 ਦਿਨ ਦੇ ਵਿੱਚ ਆਪਾਂ ਨੇ ਬਹੁਤ ਜ਼ਿਆਦਾ ਧੂੰਆਂ ਕੀਤਾ, ਗੱਲ ਸਮਝ ਆਉਂਦੀ ਆ। ਪਰ 365 ਦਿਨ ਹੁੰਦੇ ਨੇ ਸਾਲ ਦੇ ਵਿੱਚ, 365 ਦੇ ਵਿੱਚੋਂ ਮੰਨ ਲਓ 20 ਦੀ ਜਗ੍ਹਾ 25 ਦਿਨ ਆਪਾਂ ਨੇ ਧੂੰਆਂ ਕੀਤਾ, ਤਾਂ ਰਹਿ ਗਏ 340 ਦਿਨ। ਉਹ 340 ਦਿਨਾਂ ਦੇ ਵਿੱਚ ਆਪਾਂ ਨੇ ਫਸਲਾਂ ਵੀ ਤਾਂ ਉਗਾਈਆਂ ਨੇ, ਤਾਂ ਉਹ ਫਸਲਾਂ ਨੇ ਆਕਸੀਜਨ ਵੀ ਤਾਂ ਦਿੱਤੀ ਆ। ਉਹ ਆਕਸੀਜਨ ਕਦੇ ਕਿਤੇ ਕਾਊਂਟ ਨਹੀਂ ਹੁੰਦੀ। ਜਿਹੜੀ ਸਾਹ ਲੈਣ ਲਈ ਸਭ ਤੋਂ ਵੱਡੀ ਗੈਸ ਆ ਆਕਸੀਜਨ, ਉਹ 340 ਦਿਨ ਪ੍ਰੋਡਿਊਸ ਕੀਤੀ ਜਾਂਦੀ ਆ। ਦੂਜੇ ਤੌਰ 'ਤੇ ਜੇ ਦੇਖੀਏ ਫੈਕਟਰੀਆਂ ਦੇ ਵਿੱਚ ਜਿਹੜਾ 340 ਦਿਨ, ਜੇ ਮੰਨ ਲਓ ਵੀ 340 ਦਿਨ ਚੱਲਦੀਆਂ ਨੇ, 25 ਦਿਨ ਉਹਨਾਂ ਨੂੰ ਛੁੱਟੀਆਂ ਵੀ ਰਹਿੰਦੀਆਂ ਨੇ, ਤਾਂ ਉਹ 340 ਦਿਨ ਧੂੰਆਂ ਹੀ ਪ੍ਰੋਡਿਊਸ ਕਰਦੇ ਨੇ। ਉਹ ਕਦੇ ਵੀ ਕੋਈ ਆਕਸੀਜਨ ਗੈਸ ਨਹੀਂ ਦਿੰਦੇ। ਤਾਂ ਜ਼ਿੰਮੇਵਾਰ ਕੌਣ ਹੋਇਆ? ਕਿਸਾਨ ਜਾਂ ਫੈਕਟਰੀਆਂ? ਹੁਣ ਆਪਾਂ ਇਹਨਾਂ ਦੀ ਗੱਲ ਕਰਦੇ ਹਾਂ ਕਿ ਗਲੋਬਲ ਵਾਰਮਿੰਗ ਦੇ ਫਾਇਦੇ ਅਤੇ ਨੁਕਸਾਨ ਕੀ ਨੇ। ਤਾਂ ਜਿਹੜੇ ਇਹਦੇ ਫਾਇਦੇ ਨੇ ਉਹ ਬਹੁਤ ਘੱਟ ਦੇਸ਼ਾਂ ਨੂੰ ਨੇ, ਜਿਵੇਂ ਕਿ ਕੈਨੇਡਾ, ਰਸ਼ੀਆ, ਨਾਰਵੇ, ਸਵੀਡਨ ਅਤੇ ਲਾਟਵੀਆ ਵਰਗੇ ਦੇਸ਼, ਜਿਨ੍ਹਾਂ ਦੇ ਵਿੱਚ ਬਰਫ਼ ਬਹੁਤ ਜ਼ਿਆਦਾ ਪੈਂਦੀ ਆ। ਤਾਂ ਉਹਨਾਂ ਦੇ ਬਰਫ਼ ਬਹੁਤ ਜ਼ਿਆਦਾ ਪੈਣ ਕਰਕੇ ਉਹਨਾਂ ਦਾ ਜ਼ਿਆਦਾਤਰ ਜਿਹੜਾ ਖੇਤਰਫਲ ਹੈਗਾ, ਜ਼ਿਆਦਾਤਰ ਦੇਸ਼ ਹੈ, ਉਹ ਬਰਫ਼ ਦੇ ਵਿੱਚ ਹੀ ਲੁਕਿਆ ਰਹਿੰਦਾ। ਉਹ ਉਹਨੂੰ ਵਰਤ ਨਹੀਂ ਸਕਦੇ ਜ਼ਿਆਦਾਤਰ ਜਗ੍ਹਾ ਨੂੰ। ਪਰ ਜਿਵੇਂ ਜਿਵੇਂ ਗਲੋਬਲ ਵਾਰਮਿੰਗ ਵੱਧ ਰਹੀ ਹੈ ਤਾਂ ਉਹ ਬਰਫ਼ ਦਾ ਜਿਹੜਾ ਪਿਘਲਣਾ ਉਹ ਜ਼ਿਆਦਾ ਵਧੀ ਜਾਂਦਾ ਹੈਗਾ। ਤਾਂ ਕਰਕੇ ਉਹ ਲੋਕਾਂ ਨੂੰ ਜ਼ਿਆਦਾ ਖੇਤਰਫਲ ਮਿਲ ਰਿਹਾ। ਅਤੇ ਇਸ ਦੇ ਨਾਲ ਨਾਲ ਉਹ ਖੇਤਰਫਲ ਦੇ ਵਿੱਚ ਕਈ ਵਾਰ ਤਾਂ ਮਤਲਬ ਤੇਲ ਨਿਕਲਦਾ ਹੈ, ਕਿਤੋਂ ਗੈਸ ਨਿਕਲਦੀ ਹੈ ਕੁਦਰਤੀ, ਤਾਂ ਅਲੱਗ-ਅਲੱਗ ਤਰ੍ਹਾਂ ਦੇ ਭੰਡਾਰ ਨਿਕਲ ਰਹੇ ਨੇ। ਤਾਂ ਉਹ ਦੇਸ਼ਾਂ ਨੂੰ ਇਹਦੇ ਫਾਇਦੇ ਨੇ। ਤਾਂ ਇਹਦੇ ਵਾਸਤੇ ਇੱਕ ਸਪੈਸ਼ਲ ਕੌਂਸਲ ਬਣੀ ਹੋਈ ਆ, ਆਰਕਟਿਕ ਕੌਂਸਲ। ਉਹਨਾਂ ਦਾ ਕੰਮ ਹੀ ਇਹ ਹੈਗਾ ਕਿ ਉਹਨਾਂ ਨੇ ਜਿਹੜੇ ਬਰਫ਼ ਦੇ ਥੱਲੇ ਭੰਡਾਰ ਪਏ ਨੇ ਉਹ ਲੱਭਣੇ ਸਟਾਰਟ ਵੀ ਕਰਤੇ, ਵੀ ਗਲੋਬਲ ਵਾਰਮਿੰਗ ਕਰਕੇ ਬਰਫ਼ ਨੇ ਪਿਘਲਣਾ ਤਾਂ ਹੈਗਾ ਹੀ ਆ। ਤਾਂ ਜੇ ਹੁਣ ਨੁਕਸਾਨਾਂ ਦੀ ਗੱਲ ਕਰੀਏ, ਨੁਕਸਾਨ ਦੇ ਵਿੱਚ ਵੀ ਜੇ ਭਾਰਤ ਦੇ ਵਿੱਚ ਨੁਕਸਾਨਾਂ ਦੀ ਗੱਲ ਕਰੀਏ ਤਾਂ ਉਹ ਕੀ ਨੇ? ਤਾਂ ਸਭ ਤੋਂ ਵੱਡੀ ਗੱਲ ਆਉਂਦੀ ਆ ਕਿ ਪਿਛਲੇ ਸਾਲ ਦੇ ਵਿੱਚ ਤੁਸੀਂ ਨਿਊਜ਼ ਸੁਣੀ ਹੋਣੀ ਕਿ ਤਾਮਿਲਨਾਡੂ ਦੇ ਵਿੱਚ ਜਿਹੜੀ ਚੇਨਈ ਰਾਜਧਾਨੀ ਆ ਉਸਦੀ, ਤਾਂ ਉੱਥੇ 30,000 ਰੁਪਏ ਦਾ ਪਾਣੀ ਮਿਲਦਾ ਸੀਗਾ 15 ਜਾਂ 20 ਦਿਨਾਂ ਦਾ। 30,000 ਦੇ ਵਿੱਚ ਸਿਰਫ ਪੀਣ ਵਾਲਾ ਪਾਣੀ। ਤਾਂ ਇਸ ਤੋਂ ਬਿਨਾਂ ਜੇ ਤੁਸੀਂ ਗੱਲ ਕਰੋਗੇ ਕਿ ਉੱਤਰਾਖੰਡ ਦੇ ਵਿੱਚ ਜਿਹੜਾ ਬੱਦਲ ਫਟਿਆ, ਪਿਛਲੇ ਸਾਲ ਫਟਿਆ ਸੀਗਾ, ਉਸ ਤੋਂ ਵੀ 2-3 ਸਾਲ ਪਹਿਲਾਂ ਵੀ ਫਟਿਆ ਸੀਗਾ। ਤਾਂ ਇਹ ਸਾਰਾ ਕੁਛ ਕਾਹਦੇ ਕਰਕੇ ਹੋ ਰਿਹਾ? ਗਲੋਬਲ ਵਾਰਮਿੰਗ ਕਰਕੇ। ਹੋਰ ਜਿਹੜੇ ਆਪਣੇ ਮੌਸਮ ਚੇਂਜ ਹੁੰਦਾ, ਕਈ ਤੁਸੀਂ ਇਹੋ ਜਿਹੀ ਜਗ੍ਹਾ ਦੇਖੀ ਹੋਣੀ ਜਿੱਥੇ ਕਦੇ ਮੀਂਹ ਨਹੀਂ ਆਇਆ ਸੀ, ਉੱਥੇ ਬਰਫ਼ ਡਿੱਗੀ ਜਾਂਦੀ ਆ, ਅਤੇ ਜਿੱਥੇ ਬਰਫ਼ ਡਿੱਗਦੀ ਹੁੰਦੀ ਸੀ ਉੱਥੇ ਮੀਂਹ ਵੀ ਪੈਣੋਂ ਹਟ ਗਿਆ। ਅਤੇ ਸਾਰਾ ਪੈਟਰਨ ਕਾਹਦੇ ਕਰਕੇ ਚੇਂਜ ਹੋ ਰਿਹਾ? ਗਲੋਬਲ ਵਾਰਮਿੰਗ ਕਰਕੇ। ਅਤੇ ਜੇ ਹੁਣ ਇੰਟਰਨੈਸ਼ਨਲ ਲੈਵਲ 'ਤੇ ਦੇਖੀਏ, ਵੱਡੇ ਦੇਸ਼ਾਂ ਦੇ ਹਿਸਾਬ ਨਾਲ ਦੇਖੀਏ ਕਿ ਇਹਦੇ ਨੁਕਸਾਨ ਕੀ ਨੇ, ਕਈ ਦੇਸ਼ ਇਸ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਜਾਣਗੇ, ਜਿਵੇਂ ਫਿਜੀ ਵਰਗੇ ਦੇਸ਼ ਨੇ, ਜਾਂ ਇੰਡੋਨੇਸ਼ੀਆ ਦੀ ਜਿਹੜੀ ਰਾਜਧਾਨੀ ਹੈ ਜਕਾਰਤਾ, ਉਹ ਡੁੱਬ ਰਹੀ ਆ। ਉਹਨਾਂ ਨੇ ਆਪਣੀ ਰਾਜਧਾਨੀ ਕੋਸ਼ਿਸ਼ ਕਰਤੀ ਵੀ ਕਿਤੇ ਹੋਰ ਲੈ ਕੇ ਜਾਵਾਂਗੇ। ਤਾਂ ਇਹੋ ਜਿਹੇ ਆਈਲੈਂਡ ਕੰਟਰੀਜ਼ ਨੇ, ਮੈਡਾਗਾਸਕਰ ਹੋ ਗਿਆ, ਸੈਸ਼ਲਸ ਹੋ ਗਿਆ, ਤਾਂ ਇਹ ਸਾਰੇ ਡੁੱਬ ਜਾਣਗੇ ਸਿਰਫ ਗਲੋਬਲ ਵਾਰਮਿੰਗ ਕਰਕੇ। ਗਲੋਬਲ ਵਾਰਮਿੰਗ ਕਰਕੇ ਕੀ ਹੋਊਗਾ? ਬਰਫ਼ ਪਿਘਲੂ, ਜਿਹਦੇ ਕਰਕੇ ਪਾਣੀ ਉੱਪਰ ਜਾਊ ਤਾਂ ਦੇਸ਼ ਬਹੁਤ ਸਾਰੇ ਡੁੱਬ ਸਕਦੇ ਨੇ। ਅਤੇ ਡੁੱਬਣ ਦੇ ਵਿੱਚ ਇੰਡੀਆ ਦਾ ਮੁੰਬਈ ਅਤੇ ਕਲਕੱਤਾ ਸ਼ਹਿਰ ਵੀ ਡੁੱਬਣਗੇ, ਜਿਹੜੇ ਬੰਦਰਗਾਹਾਂ ਦੇ ਉੱਪਰ ਹੈਗੇ ਨੇ।
ਤਾਂ ਇਹ ਸਾਰੇ ਫਾਇਦੇ ਅਤੇ ਨੁਕਸਾਨ ਨੇ ਗਲੋਬਲ ਵਾਰਮਿੰਗ ਦੇ। ਤਾਂ ਹੁਣ ਗਲੋਬਲ ਵਾਰਮਿੰਗ ਨੂੰ ਘੱਟ ਕਿਵੇਂ ਕੀਤਾ ਜਾ ਸਕਦਾ, ਇਸ ਦੇ ਲਈ 3-4 ਪੁਆਇੰਟ ਨੇ। ਜਿਹੜਾ ਪਹਿਲਾ ਪੁਆਇੰਟ ਆ, ਜਿਹੜੀਆਂ ਫੈਕਟਰੀਆਂ ਨੇ, ਫੈਕਟਰੀਆਂ ਦੇ ਵਿੱਚ ਆਪਾਂ ਅਲੱਗ-ਅਲੱਗ ਤਰ੍ਹਾਂ ਦਾ ਬਾਲਣ ਵਰਤਦੇ ਹਾਂ, ਜਿਵੇਂ ਕਿ ਪੈਟਰੋਲ, ਡੀਜ਼ਲ, ਅਲੱਗ-ਅਲੱਗ ਤਰ੍ਹਾਂ ਦੇ ਬਾਲਣ ਵਰਤੇ ਜਾਂਦੇ ਨੇ। ਤਾਂ ਉਸ ਦੀ ਜਗ੍ਹਾ 'ਤੇ ਕਿਤੇ ਇਲੈਕਟ੍ਰੀਸਿਟੀ ਯੂਜ਼ ਹੋਵੇ ਇਕੱਲੀ, ਜਾਂ ਉਸ ਦੀ ਜਗ੍ਹਾ 'ਤੇ ਜੇ ਆਪਾਂ ਕੁਛ ਵੀ ਇੱਦਾਂ ਦਾ ਬਾਲਣ ਵਰਤ ਸਕੇ, ਜਿਵੇਂ ਹਾਈਡਰੋਜਨ ਹੋ ਗਈ ਜਾਂ LPG ਹੋ ਗਈ, ਕੁਛ ਵੀ ਇੱਦਾਂ ਦਾ ਬਾਲਣ ਵਰਤ ਸਕੇ ਜਿਸ ਦੇ ਵਿੱਚ ਧੂੰਆਂ ਨਾ ਹੋਵੇ, ਤਾਂ ਇਸ ਤਰੀਕੇ ਨਾਲ ਇਹਨੂੰ ਘੱਟ ਕੀਤਾ ਜਾ ਸਕਦਾ। ਦੂਜੀ ਗੱਲ ਆਉਂਦੀ ਹੈ ਕਿਸਾਨਾਂ 'ਤੇ। ਤਾਂ ਜਿਹੜਾ ਉਹ ਧੂੰਆਂ ਹੁੰਦਾ ਹੈਗਾ, ਆਪਾਂ ਕਰਦੇ ਹਾਂ ਵੀ ਘਰ 'ਚ ਨਾ ਧੂੰਆਂ, ਚਲੋ ਆਪਾਂ ਨੂੰ ਮਜਬੂਰੀ ਦੇ ਵਿੱਚ ਕਰਨਾ ਪੈਂਦਾ। ਤਾਂ ਜਿਹੜੀ ਆਪਾਂ ਰੇਹ ਪਾਉਂਦੇ ਹਾਂ ਅਤੇ ਜਿਹੜਾ ਉਹ ਨੀਚੇ ਜਿਹੜਾ ਵੀ ਆਪਣਾ ਬਚਦਾ ਹੈਗਾ, ਉਸ ਇੱਕੋ ਚੀਜ਼ ਦਾ ਬਣਿਆ ਹੁੰਦਾ। ਮਤਲਬ ਰੇਹ ਦੇ ਵਿੱਚ ਵੀ ਉਹੀ ਚੀਜ਼ ਹੁੰਦੀ ਆ, ਜਿਹੜੀਆਂ ਆਪਣੇ ਨੀਚੇ ਖਰਚੇ ਆ ਉਹਨਾਂ ਦੇ ਵਿੱਚ ਵੀ ਸੇਮ ਚੀਜ਼ ਹੁੰਦੀ ਆ। ਤਾਂ ਜੇ ਉਹਨਾਂ ਨੂੰ ਖੇਤ ਦੇ ਵਿੱਚ ਹੀ ਵਰਤਾਂਗੇ ਤਾਂ ਆਪਾਂ ਨੂੰ ਰੇਹ ਪਾਉਣਾ ਬਹੁਤ ਘੱਟ ਹੋਊਗਾ। ਜਿਹੜੀ ਤੀਸਰੀ ਗੱਲ ਆ ਉਹ ਹੁੰਦੀ ਆ ਪੋਲਿਸੀ ਦੀ, ਵੀ ਸਰਕਾਰਾਂ ਪੋਲਿਸੀਆਂ ਇੱਦਾਂ ਦੀਆਂ ਬਣਾਉਂਦੀਆਂ ਨੇ। ਪੋਲਿਸੀਆਂ ਦੇ ਵਿੱਚ ਜੇ ਇੱਕ ਐਗਜ਼ਾਮਪਲ ਲੈਣੀ ਹੋਵੇ ਇੰਟਰਨੈਸ਼ਨਲ ਦੀ, ਤਾਂ ਨਾਰਵੇ ਵਰਗੇ ਦੇਸ਼ ਨੇ ਜਿਨ੍ਹਾਂ ਨੇ ਉਹਨਾਂ ਨੇ ਸਾਈਕਲ ਵਾਸਤੇ ਸਪੈਸ਼ਲ ਰਸਤੇ ਬਣਾਏ ਹੋਏ ਨੇ। ਉਹਨਾਂ ਨੂੰ ਕਦੇ ਵੀ ਖੜਨ ਦੀ ਲੋੜ ਨਹੀਂ ਪੈਂਦੀ, ਤਾਂ ਲੋਕ ਸਾਈਕਲ 'ਤੇ ਜਾਣਾ ਪ੍ਰੈਫਰ ਕਰਦੇ ਆ। ਆਪਾਂ ਨੂੰ ਵੀ ਸੋਚਣਾ ਚਾਹੀਦਾ ਕਿ ਜੇ 1-2 ਕਿਲੋਮੀਟਰ ਜਾਂ 3 ਕਿਲੋਮੀਟਰ ਤੱਕ ਕਿਤੇ ਜਾਣਾ ਹੈਗਾ ਤਾਂ ਸਾਈਕਲ ਦੇ ਵਿੱਚ ਜਾਇਆ ਜਾਵੇ। ਕਾਰਨ ਕੀ ਆ ਕਿ ਮੋਟਰਸਾਈਕਲ ਤੋਂ 5-4 ਮਿੰਟਾਂ ਦਾ ਫਰਕ ਵੀ ਨਹੀਂ ਪੈਣਾ, ਪਰ ਜੇ ਸਪੋਜ਼ ਕਰੋ 1 ਮਿੰਟ ਦੇ ਵਿੱਚ 10 ਜਣੇ ਵੀ ਮੋਟਰਸਾਈਕਲ ਦੀ ਜਗ੍ਹਾ ਸਾਈਕਲ ਵਰਤਣ ਲੱਗ ਗਏ, ਤਾਂ ਪੰਜਾਬ ਦੇ ਵਿੱਚ ਲਗਭਗ 12,000 ਪਿੰਡ ਆ, ਤਾਂ 1,20,000 ਬੰਦਾ ਮੋਟਰਸਾਈਕਲ ਛੱਡ ਰਿਹਾ। 1,20,000 ਬੰਦੇ ਦਾ ਇੱਕ ਟਾਈਮ 'ਤੇ ਮੋਟਰਸਾਈਕਲ ਚਲਾਉਣਾ ਕਿੰਨਾ ਜ਼ਿਆਦਾ ਧੂੰਆਂ ਕਰ ਸਕਦਾ ਸੀ, ਉਹ ਸਾਰਾ ਰੁਕ ਰਿਹਾ। ਤਾਂ ਇਸ ਤਰੀਕੇ ਦੀਆਂ ਪਾਲਿਸੀਆਂ ਹੋਣੀਆਂ ਚਾਹੀਦੀਆਂ ਨੇ। ਜਾਂ ਇਲੈਕਟ੍ਰੀਕਲ ਵਹੀਕਲਸ ਨੇ, ਜਿਹੜੇ ਇਲੈਕਟ੍ਰੀਕਲ ਗੱਡੀਆਂ ਆ ਰਹੀਆਂ ਨੇ, ਇਲੈਕਟ੍ਰਿਕ ਮੋਟਰਸਾਈਕਲ ਆ ਰਹੇ ਨੇ, ਜੇ ਉਹਨਾਂ 'ਤੇ ਸਰਕਾਰ ਸਬਸਿਡੀ ਦਿੰਦੀ ਆ, ਹਾਲਾਂਕਿ ਆਉਂਦੀ ਆ 5% ਫੇਮ ਸਕੀਮ ਦੇ ਅੰਡਰ ਜਾਂ 10% ਆਉਂਦੀ ਆ, ਬਟ ਉਹ ਹਲੇ ਇੰਨੀ ਕਾਫੀ ਨਹੀਂ ਹੈਗੀ ਕਿ ਆਮ ਲੋਕਾਂ ਤੱਕ ਉਹ ਚੀਜ਼ ਨੂੰ ਪਹੁੰਚਾਇਆ ਜਾ ਸਕੇ। ਜੇ ਹੋ ਸਕਿਆ ਤਾਂ ਉਹ ਸਾਈਕਲਾਂ 'ਤੇ ਸਬਸਿਡੀ ਦੇਣੀ ਚਾਹੀਦੀ ਹੈ, ਇਲੈਕਟ੍ਰਿਕ ਸਾਈਕਲਾਂ 'ਤੇ, ਕਿਉਂਕਿ ਮੋਟਰਸਾਈਕਲ ਅਤੇ ਸਾਈਕਲ ਦੇ ਵਿੱਚ ਕੋਈ ਫਿਰ ਬੜਾ ਫਰਕ ਨਹੀਂ ਰਹਿ ਜਾਂਦਾ ਜਦੋਂ ਉਹ ਇਲੈਕਟ੍ਰਿਸਿਟੀ 'ਤੇ ਚੱਲਣ ਲੱਗ ਗਿਆ। ਅਤੇ ਚੌਥੀ ਗੱਲ, ਸਭ ਤੋਂ ਆਸਾਨ ਤਰੀਕਾ ਗਲੋਬਲ ਵਾਰਮਿੰਗ ਨੂੰ ਘੱਟ ਕਰਨ ਦਾ, ਉਹ ਹੈਗਾ ਦਰਖਤ ਲਗਾਓ। ਅਤੇ ਦਰਖਤ ਵੀ ਜੇ ਹੋ ਸਕਿਆ ਤਾਂ ਸਾਉਣ ਦੇ ਮਹੀਨੇ ਵਿੱਚ। ਸਾਉਣ ਦਾ ਮਹੀਨਾ ਮਤਲਬ ਜਿਹੜਾ ਮੌਨਸੂਨ ਹੁੰਦਾ ਆਪਣਾ, ਤਾਂ ਕੀ ਹੈਗਾ ਉਸ ਦੇ ਟਾਈਮ ਦੇ ਵਿੱਚ ਜੇ ਤੁਸੀਂ ਦਰਖਤ ਲਾਓਗੇ ਤੁਹਾਨੂੰ ਪਾਣੀ ਦੇਣ ਦੀ ਵੀ ਲੋੜ ਨਹੀਂ, ਬਸ ਇੱਕ ਵਾਰ ਦਰਖਤ ਲਗਾ ਦਿਓ, ਪਾਣੀ ਦਾ ਵੀ ਇੰਤਜ਼ਾਮ ਰੱਬ ਆਪਣੇ ਆਪ ਕਰਦਾ। ਤਾਂ ਇਹ 4 ਤਰੀਕੇ ਹੋ ਸਕਦੇ ਜਿਨ੍ਹਾਂ ਨਾਲ ਆਪਾਂ ਜਿਹੜੇ ਗਲੋਬਲ ਵਾਰਮਿੰਗ ਆ ਉਹਨੂੰ ਘੱਟ ਕਰ ਸਕਦੇ, ਮਤਲਬ ਉਹ ਟੈਂਪਰੇਚਰ ਨੂੰ ਘਟਾ ਸਕਦੇ ਹਾਂ। ਤਾਂ ਹੁਣ ਸਭ ਤੋਂ ਲਾਸਟ ਪਰ ਸਭ ਤੋਂ ਜ਼ਰੂਰੀ ਚੀਜ਼ ਆ ਕਿ ਖੇਤੀ ਬਿੱਲਾਂ ਦਾ ਗਲੋਬਲ ਵਾਰਮਿੰਗ ਨਾਲ ਕੀ ਸੰਬੰਧ ਆ। ਤਾਂ ਜਿਵੇਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਸੀ, ਗਲੋਬਲ ਵਾਰਮਿੰਗ ਇਕੱਲਾ ਟੈਂਪਰੇਚਰ ਦਾ ਵਧਣਾ ਨਹੀਂ ਹੈਗੀ, ਜਿਹੜੇ ਪੈਟਰਨ ਬਦਲੀ ਜਾਂਦੇ ਨੇ, ਕਿਤੇ ਮੀਂਹ ਆ ਜਾਂਦਾ, ਕਿਤੇ ਹੜ੍ਹ ਆ ਜਾਂਦੇ ਨੇ, ਕਿਤੇ ਸੋਕਾ ਪੈ ਜਾਂਦਾ, ਤਾਂ ਇਹ ਸਾਰਾ ਕੁਝ ਹੋਣਾ ਵੀ ਗਲੋਬਲ ਵਾਰਮਿੰਗ ਦੇ ਅੰਡਰ ਆਉਂਦਾ। ਹੁਣ ਸਪੋਜ਼ ਕਰੋ ਆਪਾਂ ਨੇ ਖੇਤੀ ਕਰੀ ਸਾਰਿਆਂ ਨੇ, ਤਾਂ ਉੱਥੇ ਇੱਕਦਮ ਹੀ ਸੋਕਾ ਪੈ ਗਿਆ, ਸਾਰੀ ਫਸਲ ਮਰ ਗਈ, ਜਾਂ ਇੱਕਦਮ ਹੀ ਹੜ੍ਹ ਆ ਗਏ, ਸਾਰੀ ਫਸਲ ਮਰ ਗਈ। ਪਰ ਜੇ ਕਿਸੇ ਦੀ ਫਸਲ ਬਚ ਗਈ, ਤਾਂ ਉਹਨੂੰ ਕਿੰਨਾ ਜ਼ਿਆਦਾ ਮੁਨਾਫਾ ਹੋਊਗਾ। ਜਿਹੜੀ 10 ਰੁਪਏ ਕਿਲੋ ਚੀਜ਼ ਸੀ ਉਹ 100 ਰੁਪਏ ਕਿਲੋ ਵੀ ਵਿਕੂਗੀ, 10 ਗੁਣਾ ਤਾਂ ਆਰਾਮ ਜੀ ਨਾਲ ਵਿਕੂਗੀ। ਤਾਂ ਉਹ ਫਸਲ ਕਿਹਦੀ ਬਚੂਗੀ? ਜਿਹੜਾ ਕਾਰਪੋਰੇਟ ਲੈਵਲ 'ਤੇ ਖੇਤੀ ਕਰ ਰਿਹਾ, ਫਸਲ ਉਹਦੀ ਬਚੂਗੀ ਜਿਹਦੇ ਲਵੇ ਬਹੁਤ ਵੱਡੇ ਸਾਧਨ ਨੇ। ਬਿਲ ਗੇਟਸ ਦੁਨੀਆ ਦੇ ਲਗਭਗ ਸਭ ਤੋਂ ਅਮੀਰ ਬੰਦਿਆਂ ਦੇ ਵਿੱਚੋਂ ਪਹਿਲੇ 1 ਜਾਂ 2 ਨੰਬਰ 'ਤੇ ਰਹਿਣ ਵਾਲਾ ਬੰਦਾ, ਉਹਦੇ ਵੀ 3 ਲੱਖ ਕਿੱਲਾ ਅੱਜ ਦੇ ਟਾਈਮ ਦੇ ਵਿੱਚ ਜ਼ਮੀਨ ਲਈ। ਤਾਂ ਉਹਦਾ ਵੀ ਮੇਨ ਮਕਸਦ ਇਹੀ ਆ ਕਿ ਲੋਕ ਆਉਂਦੇ ਟਾਈਮ ਦੇ ਵਿੱਚ ਭੁੱਖਮਰੀ ਨਾਲ ਮਰਨਗੇ। ਆਬਾਦੀ ਵਧੀ ਜਾਂਦੀ ਆ, ਫਸਲ ਚੱਕਰ ਦੇ ਵਿੱਚ ਜਿਹੜੇ ਮੀਂਹ ਅਤੇ ਹੜ੍ਹ ਨੇ ਇਹ ਵਧੀ ਜਾਂਦੇ ਨੇ, ਤਾਂ ਫਸਲਾਂ ਮਰਨਗੀਆਂ। ਜੇ ਫਸਲਾਂ ਮਰਨਗੀਆਂ ਤਾਂ ਜਿਉਂਦੇ ਲੋਕਾਂ ਨੂੰ ਲਿਆਉਣ ਲਈ ਭੋਜਨ ਦੀ ਲੋੜ ਆ। ਭੋਜਨ ਸਿਰਫ ਉਹਦੇ ਲਵੇ ਹੋਊਗਾ ਜਿਹਦੀ ਫਸਲ ਬਚੂ, ਫਸਲ ਉਹਦੇ ਲਵੇ ਬਚੂ ਜਿਹੜੇ ਲਵੇ ਜ਼ਮੀਨ ਹੋਊ। ਤਾਂ ਕਾਰਪੋਰੇਟ ਲੈਵਲ 'ਤੇ ਇਹ ਖੇਤੀ ਕਰਨ ਵਾਲਾ ਕੰਮ ਇਸੇ ਕਰਕੇ ਖੇਤੀ ਬਿੱਲਾਂ ਨਾਲ ਸਟਾਰਟ ਹੋਇਆ ਕਿ ਖੇਤੀ ਬਿੱਲ ਪਾਸ ਹੁੰਦੇ ਨੇ, ਉਹਨਾਂ ਨੇ ਜ਼ਮੀਨਾਂ ਲਾਈਆਂ, ਜ਼ਮੀਨਾਂ ਦੇ ਵਿੱਚ ਸਿਰਫ ਕਾਰਪੋਰੇਟ ਲੈਵਲ ਵਾਲੇ ਬਚਣਗੀਆਂ ਫਸਲਾਂ, ਬਾਕੀ ਸਾਰੀਆਂ ਫਸਲਾਂ ਮਰ ਜਾਣਗੀਆਂ। ਤਾਂ ਇਹ ਬਹੁਤ ਜ਼ਿਆਦਾ ਵੱਡੇ ਮੁਨਾਫੇ 'ਤੇ ਫਸਲਾਂ ਨੂੰ ਵੇਚ ਸਕਦੇ ਨੇ। ਤਾਂ ਸਭ ਤੋਂ ਵੱਡਾ ਕਾਰਨ ਇਹੀ ਆ ਕਿ 3 ਬਿੱਲ ਆਏ ਨੇ ਤਾਂ ਕਿ ਖੇਤੀ 'ਤੇ ਕਬਜ਼ਾ ਹੋ ਜੇ। ਉਹ ਜਿਹੜੇ ਰੇਟ ਨੇ ਉਹ ਉਸ ਟਾਈਮ ਦੇ ਵਿੱਚ ਭੁੱਖਮਰੀ ਦੇ ਵਿੱਚ ਸਾਰੀ ਦੁਨੀਆ ਨੂੰ ਜਦੋਂ ਰੋਟੀ ਖਵਾਉਣੀ ਆ ਤਾਂ ਸਭ ਤੋਂ ਮਹਿੰਗੇ ਵਿਕਣ। ਕਿੰਨੀ ਹੈਰਾਨੀਜਨਕ ਗੱਲ ਆ ਕਿ ਆਪਾਂ ਜਿਹੜੇ ਆ ਲੰਗਰ ਲਾਉਣੇ ਆ ਕਿ ਦੇਖਿਓ ਕਿਤੇ ਕੋਈ ਭੁੱਖਾ ਨਾ ਰਹਿ ਜੇ, ਆਪਾਂ ਆਪਣੇ ਲਵੋਂ ਪਾਉਣੇ ਆ ਵੀ ਕੋਈ ਗੱਲ ਨਹੀਂ, ਭੁੱਖਾ ਨਹੀਂ ਰਹਿਣਾ ਚਾਹੀਦਾ ਕੋਈ। ਇਹ ਉਸੇ ਭੁੱਖ ਦਾ ਫਾਇਦਾ ਉਠਾ ਕੇ ਆਪਣਾ ਫਾਇਦਾ ਲੈਣਾ ਚਾਹੁੰਦੇ ਨੇ। ਤਾਂ ਹੋਪ ਸਾਰਿਆਂ ਨੂੰ ਸਮਝ ਆ ਗਿਆ ਹੋਣਾ ਕਿ ਗਲੋਬਲ ਵਾਰਮਿੰਗ ਅਤੇ ਫਸਲਾਂ ਦਾ ਆਪਸ 'ਚ ਕੀ ਸੰਬੰਧ ਆ। ਥੈਂਕ ਯੂ।